ਸਟੱਡੀ ਔਨ ਮੰਚ ਸਿੱਖਿਆ ਹਬ ਦੇ YouTube ਚੈਨਲ ਅਤੇ ਐਪ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਰੂ ਕਰਦੇ ਹਾਂ ਅੱਜ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ, ਜੋ ਕਿ ਐਂਟੀਟੀ ਦੀਆਂ ਪੋਸਟਾਂ ਲਈ ਪੰਜਾਬ ਦੇ ਹੋਰ ਵੀ ਜਿੰਨੇ ਵੀ ਟੈਸਟ ਹੋਣਗੇ, ਚਾਹੇ ਉਹ ਪਟਵਾਰੀ ਦਾ ਹੋਵੇ, ਹੈ ਨਾ ਜੀ, ਕਿਸੇ ਵੀ ਮਹਿਕਮੇ 'ਚ ਹੋਵੇ, ਇਹ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹੇਗਾ। ਸਰੀਰ ਲਈ ਜ਼ਰੂਰੀ ਪੋਸ਼ਕ ਤੱਤ, ਇਹ ਟੌਪਿਕ ਹਰ ਐਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਦੋਸਤੋ। ਕਿਸੇ ਨਾ ਕਿਸੇ ਐਗਜ਼ਾਮ 'ਚ ਇਹ ਟੌਪਿਕ ਸਾਨੂੰ ਦੇਖਣ ਨੂੰ ਮਿਲਦਾ ਹੀ ਮਿਲਦਾ ਹੈ। ਚਲਿਏ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੇ ਇਸ ਟੌਪਿਕ ਤੋਂ। ਸਾਨੂੰ ਕਿਹੜੇ ਕਿਹੜੇ ਪੋਸ਼ਕ ਤੱਤ ਦੀ ਜ਼ਰੂਰਤ ਹੁੰਦੀ ਹੈ, ਉਸ ਦੇ ਕੀ ਕੰਮ ਹੁੰਦੇ ਹਨ ਅਤੇ ਉਹ ਸਾਨੂੰ ਕਿੱਥੋਂ ਮਿਲਦੇ ਹਨ। ਠੀਕ ਹੈ ਦੋਸਤੋ, ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਾਂਗੇ ਕਾਰਬੋਹਾਈਡਰੇਟਸ ਅਤੇ ਚਰਬੀ। ਕਾਰਬੋਹਾਈਡਰੇਟ ਅਤੇ ਚਰਬੀ ਪੋਸ਼ਕ ਤੱਤ ਜੋ ਕਿ ਸਾਡੇ ਸਰੀਰ ਨੂੰ ਕੀ ਦਿੰਦੇ ਹਨ ਦੋਸਤੋ? ਊਰਜਾ ਦਿੰਦੇ ਹਨ। ਇਹ ਪ੍ਰਸ਼ਨ ਆ ਸਕਦਾ, ਕਾਰਬੋਹਾਈਡਰੇਟ ਅਤੇ ਚਰਬੀ ਸਾਡੇ ਸਰੀਰ ਨੂੰ ਕੀ ਦਿੰਦੇ ਹਨ? ਸਾਡੇ ਸਰੀਰ ਨੂੰ ਇਹ ਊਰਜਾ ਦਿੰਦੇ ਹਨ। ਉਸ ਤੋਂ ਬਾਅਦ ਗੱਲ ਆਉਂਦੀ ਹੈ ਸਭ ਤੋਂ ਜ਼ਿਆਦਾ ਮੁੱਖ ਪ੍ਰੋਟੀਨ। ਪ੍ਰੋਟੀਨ ਦਾ ਸਾਡੇ ਸਰੀਰ ਵਿੱਚ ਕੀ ਕੰਮ ਹੁੰਦਾ ਹੈ? ਸਰੀਰ ਦੇ ਵਾਧੇ ਵਿੱਚ ਮਦਦ ਕਰਦਾ ਹੈ। ਪ੍ਰੋਟੀਨ ਕੀ ਕਰਦਾ ਹੈ ਜੀ? ਸਾਡੇ ਸਰੀਰ ਦੇ ਵਾਧੇ ਵਿੱਚ ਮਦਦ ਕਰਦਾ ਹੈ। ਉਸ ਤੋਂ ਬਾਅਦ ਗੱਲ ਆਉਂਦੀ ਹੈ ਵਿਟਾਮਿਨ ਅਤੇ ਖਣਿਜ ਪਦਾਰਥ। ਵਿਟਾਮਿਨ ਅਤੇ ਖਣਿਜ ਪਦਾਰਥ ਕੀ ਕਰਦੇ ਹਨ? ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਵਿਟਾਮਿਨ ਅਤੇ ਖਣਿਜ ਪਦਾਰਥ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ ਦੋਸਤੋ। ਇਹ ਸਨ ਸਾਡੇ ਮੁੱਖ ਪੋਸ਼ਕ ਤੱਤਵ। ਕਿਹੜੇ ਕਿਹੜੇ ਜੀ? ਕਾਰਬੋਹਾਈਡਰੇਟ ਅਤੇ ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਪਾਰਟ ਨੰਬਰ ਏ, ਪਾਰਟ ਨੰਬਰ ਬੀ। ਇਹਨਾਂ ਵਿੱਚ ਕੀ ਦੱਸਿਆ ਗਿਆ ਹੈ ਜੀ? ਪ੍ਰੋਟੀਨ ਦੇ ਸਰੋਤ। ਠੀਕ ਹੈ ਜੀ, ਪੌਦਾ ਸਰੋਤ, ਬਨਸਪਤੀ ਅਤੇ ਜੀਵ ਸਰੋਤ। ਸਭ ਤੋਂ ਪਹਿਲਾਂ ਬਨਸਪਤੀ ਤੋਂ ਸਾਨੂੰ ਕਿਹੜੇ ਕਿਹੜੇ ਮਿਲਦੇ ਹਨ ਦੋਸਤੋ? ਬਨਸਪਤੀ ਤੋਂ ਕਿਹੜੇ ਕਿਹੜੇ? ਦੇਖੋ, ਜਿਵੇਂ ਦਾਲ, ਮਾਂਹ ਦੀ ਦਾਲ ਹੋ ਗਈ, ਰਾਜਮਾ, ਸੋਇਆਬੀਨ, ਮਟਰ, ਛੋਲੇ ਅਤੇ ਮੂੰਗ ਦਾਲ। ਇਹ ਕੀ ਹਨ ਜੀ? ਬਨਸਪਤੀ ਤੋਂ ਮਿਲਣ ਵਾਲੇ ਸਾਨੂੰ ਪ੍ਰੋਟੀਨ ਹਨ, ਪ੍ਰੋਟੀਨ ਦੇ ਸਰੋਤ ਹਨ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਕਿਹੜੇ ਜੀ? ਜੀਵ ਜੰਤੂਆਂ ਤੋਂ ਮਿਲਣ ਵਾਲੇ, ਜਿਵੇਂ ਅੰਡੇ, ਦੁੱਧ, ਪਨੀਰ, ਮੱਛੀ, ਮੀਟ ਜਾਂ ਮਾਸ। ਇਹ ਪ੍ਰੋਟੀਨ ਸਾਨੂੰ ਕਿੱਥੋਂ ਮਿਲਦਾ ਜੀ? ਜੀਵਾਂ ਤੋਂ ਮਿਲਦਾ ਹੈ। ਠੀਕ ਹੈ ਦੋਸਤੋ। ਉਸ ਤੋਂ ਬਾਅਦ ਗੱਲ ਕਰੀਏ ਅਗਲੇ ਪੁਆਇੰਟ 'ਤੇ, ਕਾਰਬੋਹਾਈਡਰੇਟ ਦੇ ਕੁਝ ਸਰੋਤ। ਕਾਰਬੋਹਾਈਡਰੇਟ ਦੇ ਸਰੋਤ ਜਿਵੇਂ ਕਿ ਮੱਕੀ, ਅੰਬ, ਤਰਬੂਜ, ਪਪੀਤਾ, ਗੰਨਾ, ਆਲੂ, ਸ਼ਕਰਕੰਦੀ, ਕਣਕ, ਚਾਵਲ, ਬਾਜਰਾ। ਇਹ ਕੀ ਹਨ ਜੀ? ਕਾਰਬੋਹਾਈਡਰੇਟ ਦੇ ਕੁਝ ਸਰੋਤ ਹਨ, ਜਿਹੜੇ ਕਿ ਮੁੱਖ ਕਈ ਵਾਰੀ ਪੇਪਰਾਂ ਵਿੱਚ ਪੁੱਛੇ ਗਏ ਹਨ ਦੋਸਤੋ। ਠੀਕ ਹੈ ਜੀ। ਉਸ ਤੋਂ ਬਾਅਦ ਚੱਲਦੇ ਹਾਂ ਸਾਡੇ ਅਗਲੇ ਪੁਆਇੰਟ 'ਤੇ। ਇਹ ਕੀ ਹੈ ਜੀ? ਚਰਬੀ ਵਾਲੇ ਕੁਝ ਸਰੋਤ। ਚਰਬੀ ਵਾਲੇ ਸਰੋਤ ਕਿਹੜੇ ਕਿਹੜੇ ਹਨ? ਜਿਵੇਂ ਕਿ ਗਿਰੀ, ਠੀਕ ਹੈ ਜੀ, ਗਿਰੀ ਹੋ ਗਈ, ਤਿਲ ਹੋ ਗਏ, ਮੂੰਗਫਲੀ ਹੋ ਗਈ, ਮੂੰਗਫਲੀ ਦਾ ਤੇਲ ਹੋ ਗਿਆ, ਸਰੋਂ ਦਾ ਤੇਲ ਹੋ ਗਿਆ, ਗਿਰੀ ਦਾ ਤੇਲ ਹੋ ਗਿਆ, ਜਾਂ ਫਿਰ ਸੋਇਆਬੀਨ ਦਾ ਤੇਲ। ਇਹ ਕੀ ਹਨ ਜੀ? ਸਾਨੂੰ ਕੀ ਦਿੰਦੇ ਹਨ? ਇਹ ਕੀ ਦਿੰਦੇ ਹਨ ਦੋਸਤੋ? ਚਰਬੀ ਵਾਲੇ ਸਰੋਤ। ਠੀਕ ਹੈ ਜੀ। ਉਸ ਤੋਂ ਬਾਅਦ ਜਿਵੇਂ ਅਸੀਂ ਜੰਤੂਆਂ ਤੋਂ ਮਿਲਦੇ, ਕਿੱਥੋਂ ਕਿੱਥੋਂ? ਜੰਤੂਆਂ ਤੋਂ ਕਿਹੜੇ ਕਿਹੜੇ ਤੋਂ? ਮਾਂਸ ਤੋਂ ਮਿਲਦੇ ਹਨ, ਮੱਛੀ, ਮਾਂਸ, ਘਿਓ, ਦੁੱਧ, ਮੱਖਣ ਅਤੇ ਕਰੀਮ ਜਾਂ ਅੰਡੇ। ਠੀਕ ਹੈ ਦੋਸਤੋ। ਉਸ ਤੋਂ ਬਾਅਦ ਅਗਲੇ ਪੁਆਇੰਟ ਵੱਲ ਜਾਂਦੇ ਹਾਂ ਅਸੀਂ, ਕਾਰਬੋਹਾਈਡਰੇਟ ਦੇ ਕੰਮ ਅਤੇ ਸੋਮੇ। ਕਾਰਬੋਹਾਈਡਰੇਟ ਇਹ ਪੋਸ਼ਕ ਤੱਤ ਸਾਨੂੰ ਖੇਡਣ ਅਤੇ ਸਰੀਰਕ ਕੰਮਾਂ ਲਈ ਊਰਜਾ ਦਿੰਦਾ ਹੈ। ਮੇਨ ਪੁਆਇੰਟ ਕਾਰਬੋਹਾਈਡਰੇਟਸ ਦਾ ਕੀ ਹੈ ਜੀ? ਇਹ ਪੋਸ਼ਕ ਤੱਤ ਸਾਨੂੰ ਖੇਡਣ ਲਈ, ਸਰੀਰਕ ਕੰਮਾਂ ਲਈ ਊਰਜਾ ਦਿੰਦਾ ਹੈ। ਇਹਦੇ ਸੋਮੇ ਅਸੀਂ ਪਹਿਲਾਂ ਵਾਲੇ ਪੁਆਇੰਟ ਵਿੱਚ ਕਰ ਹੀ ਚੁੱਕੇ ਹਾਂ। ਚਾਵਲ, ਕਣਕ, ਗੰਨਾ, ਸ਼ਕਰਕੰਦੀ, ਆਲੂ, ਮਿੱਠੇ ਫਲ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰੀਏ ਚਰਬੀ। ਚਰਬੀ ਕਾਰਬੋਹਾਈਡਰੇਟਸ ਨਾਲੋਂ ਜ਼ਿਆਦਾ ਊਰਜਾ ਦਿੰਦੀ ਹੈ। ਚਰਬੀ ਕੀ ਹੈ ਜੀ? ਜ਼ਿਆਦਾ ਊਰਜਾ ਦਿੰਦੀ ਹੈ। ਇਹ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ। ਚਰਬੀ ਕੀ ਹੈ ਜੀ? ਕਾਰਬੋਹਾਈਡਰੇਟਸ ਨਾਲੋਂ ਜ਼ਿਆਦਾ ਊਰਜਾ ਹੁੰਦੀ ਹੈ ਇਹਦੇ ਵਿੱਚ। ਉਸ ਤੋਂ ਬਾਅਦ ਇਹ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ ਜੀ। ਕਿੱਥੋਂ ਮਿਲਦੇ ਹਨ? ਘਿਓ, ਮੱਖਣ, ਗਿਰੀਆਂ, ਖੋਇਆ ਅਤੇ ਮੀਟ ਆਦਿ ਪਦਾਰਥਾਂ ਤੋਂ ਸਾਨੂੰ ਚਰਬੀ ਮਿਲਦੀ ਹੈ ਦੋਸਤੋ। ਉਸ ਤੋਂ ਬਾਅਦ ਗੱਲ ਕਰੀਏ ਪ੍ਰੋਟੀਨ ਦੀ। ਪ੍ਰੋਟੀਨ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ। ਪ੍ਰੋਟੀਨ ਕੀ ਹੈ? ਸਰੀਰ ਦੇ ਵਾਧੇ ਲਈ ਜ਼ਰੂਰੀ ਹੈ। ਤੁਹਾਡੇ ਵਰਗੇ ਵੱਧ ਰਹੇ ਬੱਚਿਆਂ ਨੂੰ ਬੱਚਿਆਂ ਨੂੰ ਕੀ ਹੈ ਜੀ? ਪ੍ਰੋਟੀਨ ਵਾਲਾ ਭੋਜਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ ਜੀ। ਕਿੱਥੋਂ ਕਿੱਥੋਂ ਮਿਲਦੇ ਹਨ? ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਆਂਡੇ, ਮੱਛੀ, ਮੀਟ, ਪਨੀਰ, ਮਟਰ ਦੇ ਦਾਣੇ, ਦਾਲਾਂ ਅਤੇ ਦੁੱਧ। ਐਂਟੀਟੀ ਦੇ ਪੇਪਰ ਲਈ ਇਹ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ। ਹੋਰ ਵੀ ਅਸੀਂ ਕਿਸੇ ਵੀ ਤਰ੍ਹਾਂ ਦੇ ਜੀਕੇ ਦੇ ਕੰਪੀਟੀਸ਼ਨ ਦੇ ਐਗਜ਼ਾਮ ਦਿੰਦੇ ਹਾਂ, ਉਹਦੇ ਵਿੱਚ ਵੀ ਇਹ ਪ੍ਰਸ਼ਨ ਅਕਸਰ ਪੁੱਛੇ ਜਾਂਦੇ ਹਨ। ਉਸ ਤੋਂ ਬਾਅਦ ਗੱਲ ਆ ਗਈ ਵਿਟਾਮਿਨ ਦੀ। ਵਿਟਾਮਿਨ
ਇਹ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਤੰਦਰੁਸਤ ਰੱਖਦੇ ਹਨ। ਵਿਟਾਮਿਨ ਕੀ ਹੈ ਜੀ? ਬਿਮਾਰੀਆਂ ਤੋਂ ਬਚਾ ਕੇ ਸਾਨੂੰ ਤੰਦਰੁਸਤ ਰੱਖਦੇ ਹਨ। ਵਿਟਾਮਿਨ ਏ ਸਾਨੂੰ ਕੀ ਕਰਦਾ ਹੈ ਜੀ? ਅੰਧਰਾਤਾ ਰੋਗ ਤੋਂ ਬਚਾਉਂਦਾ ਹੈ। ਇਹਦੇ ਸੋਮੇ ਅਸੀਂ ਪਹਿਲਾਂ ਵੀਡੀਓ 'ਚ ਕਰ ਚੁੱਕੇ ਹਾਂ। ਗਾਜਰ, ਟਮਾਟਰ, ਸੰਤਰਾ, ਆਂਡੇ, ਦੁੱਧ ਮੁੱਖ ਇਹ ਹਨ। ਵਿਟਾਮਿਨ ਡੀ ਕਿੱਥੋਂ ਮਿਲਦਾ ਸਾਨੂੰ? ਸੂਰਜ ਦੀ ਰੋਸ਼ਨੀ ਤੋਂ ਮਿਲਦਾ ਜੀ ਵਿਟਾਮਿਨ ਡੀ। ਉਸ ਤੋਂ ਬਾਅਦ ਗੱਲ ਕਰੀਏ ਅਸੀਂ ਖਣਿਜ ਪਦਾਰਥ, ਕਿਹੜੇ ਕਿਹੜੇ ਹਨ ਜੀ ਖਣਿਜ ਪਦਾਰਥ? ਕੈਲਸ਼ੀਅਮ, ਆਇਓਡੀਨ ਅਤੇ ਲੋਹਾ, ਇਹ ਖਣਿਜ ਪਦਾਰਥ ਹਨ। ਮੁੱਖ ਖਣਿਜ ਪਦਾਰਥ ਕੈਲਸ਼ੀਅਮ, ਆਇਓਡੀਨ ਅਤੇ ਲੋਹਾ, ਇਹ ਮੁੱਖ ਖਣਿਜ ਪਦਾਰਥ ਹਨ। ਖਣਿਜ ਵੀ ਸਾਡੇ ਸਰੀਰ ਨੂੰ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਰੱਖਦੇ ਹਨ। ਇਹ ਹੱਡੀਆਂ, ਦੰਦ ਅਤੇ ਖੂਨ ਦੇ ਬਣਨ ਵਿੱਚ ਮਦਦ ਕਰਦੇ ਹਨ। ਦੋਸਤੋ ਇਹ ਗੱਲ ਯਾਦ ਰੱਖਣਾ। ਇਹ ਕੀ ਹਨ? ਤਾਜ਼ੇ ਫਲਾਂ ਤੋਂ, ਹਰੀਆਂ ਸਬਜ਼ੀਆਂ ਅਤੇ ਦੁੱਧ ਆਦਿ ਤੋਂ ਖਣਿਜ ਪਦਾਰਥ ਮਿਲਦੇ ਹਨ। ਉਸ ਤੋਂ ਬਾਅਦ ਇਹ ਕੀ ਹੈ ਜੀ? ਤੁਹਾਨੂੰ ਮੈਂ ਐਨਟੀਟੀ ਵਾਲਿਆਂ ਨੂੰ ਦੱਸ ਦੇਵਾਂ ਕਿ 5th ਕਲਾਸ ਦੀ ਬੁੱਕ ਦੇ ਵਿੱਚੋਂ ਇਹ ਪ੍ਰਸ਼ਨ ਪੁੱਟ ਹੁੰਦੇ ਹਨ। ਅੱਜ ਤੱਕ ਦੇ ਜਿੰਨੇ ਵੀ ਟੈਟ ਐਗਜ਼ਾਮ ਹੋਏ ਹਨ ਉਹਨਾਂ ਵਿੱਚੋਂ ਇਹ ਪ੍ਰਸ਼ਨ ਪੁੱਛੇ ਗਏ ਹਨ ਕਿ ਰੇਲ ਗੱਡੀ ਦੀ ਰਸੋਈ ਦੀਆਂ ਕੁਝ ਤਸਵੀਰਾਂ ਹਨ ਆਪ ਜੀ ਦੇ ਸਾਹਮਣੇ। ਇਹ ਜਿਹੜੀ ਟਰਾਲੀ ਹੁੰਦੀ ਹੈ ਜਿਵੇਂ ਜਿਹਦੇ ਵਿੱਚ ਖਾਣਾ ਪਾ ਕੇ ਲਿਆਉਂਦੇ ਹਨ ਰੇਲ ਗੱਡੀ ਦੇ ਵਿੱਚ, ਉਸ ਨੂੰ ਕੀ ਕਹਿੰਦੇ ਹਨ? ਇਹਨੂੰ ਕੀ ਆਖਦੇ ਹਨ? ਇਹ ਪ੍ਰਸ਼ਨ ਕਈ ਵਾਰੀ ਐਗਜ਼ਾਮ ਵਿੱਚ ਪੁੱਛਿਆ ਗਿਆ ਹੈ ਜੀ। ਇਹਨੂੰ ਪੈਂਟਰੀ ਕਾਰ ਆਖਦੇ ਹਨ। ਕੀ ਆਖਦੇ ਹਨ? ਪੈਂਟਰੀ ਕਾਰ। ਪੈਂਟਰੀ ਕਾਰ ਪ੍ਰਸ਼ਨ ਆ ਜਾਏ ਤੁਹਾਨੂੰ ਕਿ ਪੈਂਟਰੀ ਕਾਰ ਕਿਸ ਕੰਮ ਲਈ ਹੁੰਦੀ ਹੈ? ਪੈਂਟਰੀ ਕਾਰ ਦਾ ਮੁੱਖ ਕੰਮ ਕੀ ਹੁੰਦਾ ਜੀ? ਰੇਲ ਗੱਡੀ ਦੇ ਵਿੱਚ ਖਾਣਾ ਲੈ ਕੇ ਜਾਣ ਵਾਲੀ ਜਿਹੜੀ ਹੁੰਦੀ ਹੈ ਉਹਨਾਂ ਦੀ ਟਰੋਲੀ ਜੀ, ਉਹਨੂੰ ਪੈਂਟਰੀ ਕਾਰ ਆਖਦੇ ਹਨ ਜੀ। ਇਹ ਯਾਦ ਰੱਖਣਾ ਪੁਆਇੰਟ। ਚਲੋ ਆਪਾਂ ਮੁੱਖ ਪੁਆਇੰਟ ਜਿਹੜੇ ਨੇ ਉਹ ਰਿਵਾਈਜ਼ ਕਰ ਸਕਦੇ ਹਾਂ ਦੁਬਾਰਾ। ਕਾਰਬੋਹਾਈਡਰੇਟ ਅਤੇ ਚਰਬੀ ਸਾਨੂੰ ਊਰਜਾ ਦਿੰਦੇ ਹਨ। ਪ੍ਰੋਟੀਨ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ। ਵਿਟਾਮਿਨ ਅਤੇ ਖਣਿਜ ਪਦਾਰਥ ਸੁਰੱਖਿਆਤਮਕ ਭੋਜਨ ਹੁੰਦੇ ਹਨ। ਵਿਟਾਮਿਨ ਅਤੇ ਖਣਿਜ ਪਦਾਰਥ ਕਿਸ ਤਰ੍ਹਾਂ ਦੇ ਭੋਜਨ ਹਨ ਜੀ? ਸੁਰੱਖਿਆਤਮਕ ਹਨ। ਲੰਬੀ ਦੂਰੀ ਲਈ ਰੇਲ ਗੱਡੀਆਂ ਵਿੱਚ ਖਾਣਾ ਬਣਾਉਣ ਲਈ ਪੈਂਟਰੀ ਕਾਰ ਹੁੰਦੀ ਹੈ। ਆ ਗਿਆ ਜੀ ਉਹੀ ਪੁਆਇੰਟ, ਕਿਹੜੀ ਕਾਰ ਹੁੰਦੀ ਹੈ ਜੀ? ਪੈਂਟਰੀ ਕਾਰ। ਭੋਜਨ ਸਾਮੂਹਿਕ ਪ੍ਰੋਗਰਾਮਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਇਹਨਾਂ ਤੋਂ ਕਮੀ ਦੇ ਕਾਰਨ ਹੋਣ ਵਾਲੇ ਰੋਗ। ਕਿਸੇ ਵੀ ਪੋਸ਼ਕ ਤੱਤ ਦੀ ਕਮੀ ਦੇ ਕਾਰਨ ਇਹ ਪੋਸ਼ਕ ਤੱਤ ਆ ਗਿਆ ਸਾਡੇ ਕੋਲੇ। ਹਾਂਜੀ, ਉਸ ਤੋਂ ਬਾਅਦ ਹੈ ਇਹਦੇ ਨਾਲ ਰੋਗ ਕਿਹੜਾ ਹੁੰਦਾ ਇਸ ਦੀ ਕਮੀ ਨਾਲੋਂ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਸਰੋਤ। ਸਰੋਤ ਆਪਾਂ ਕਰ ਚੁੱਕੇ ਹਾਂ ਜੀ ਪਹਿਲਾਂ। ਆਪਾਂ ਮੇਨ ਪੁਆਇੰਟ ਕਿੱਥੋਂ ਕਰਦੇ ਹਾਂ? ਪੋਸ਼ਕ ਤੱਤ ਅਤੇ ਕਮੀ ਕਾਰਨ ਹੋਣ ਵਾਲੇ ਰੋਗ। ਇਹ ਆਪ ਤੁਸੀਂ ਨਾਲ ਦੀ ਨਾਲ ਕਾਪੀ 'ਤੇ ਨੋਟ ਕਰਕੇ ਨੋਟਸ ਬਣਾ ਲਓ ਜੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਕਾਰਬੋਹਾਈਡਰੇਟ ਅਤੇ ਪ੍ਰੋਟੀਨ ਮੁੱਖ ਪੋਸ਼ਕ ਤੱਤਵ ਨੇ ਜੀ ਸਾਡੇ ਲਈ। ਕਾਰਬੋਹਾਈਡਰੇਟਸ ਅਤੇ ਪ੍ਰੋਟੀਨ, ਠੀਕ ਹੈ ਜੀ। ਇਹ ਕਿਹੜਾ ਰੋਗ ਹੁੰਦਾ ਹੈ ਇਸ ਦੀ ਕਮੀ ਕਾਰਨ? ਕਿਹੜਾ ਰੋਗ ਹੁੰਦਾ ਦੋਸਤੋ ਇਸ ਦੀ ਕਮੀ ਕਾਰਨ? ਮੇਰਾਸਮਸ ਰੋਗ ਹੁੰਦਾ ਇਹਦੀ ਕਮੀ ਕਾਰਨ। ਜਾਂ ਫਿਰ ਇਹਨੂੰ ਅਸੀਂ ਕਹਿ ਸਕਦੇ ਹਾਂ ਕਵਾਸ਼ੀਅਰਕਰ ਰੋਗ ਕਿਹਾ ਜਾਂਦਾ ਇਹਨੂੰ ਜੀ, ਠੀਕ ਹੈ ਜੀ। ਕਾਰਬੋਹਾਈਡਰੇਟ ਅਤੇ ਪ੍ਰੋਟੀਨ ਦੀ ਕਮੀ ਕਾਰਨ। ਓਕੇ ਜੀ। ਉਸ ਤੋਂ ਬਾਅਦ ਹੈ ਵਿਟਾਮਿਨ ਏ। ਵਿਟਾਮਿਨ ਏ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਜੀ? ਅੰਧਰਾਤਾ ਰੋਗ ਹੁੰਦਾ ਹੈ। ਅੰਧਰਾਤਾ ਰੋਗ ਕਾਰਬੋਹਾਈਡਰੇਟ ਦੀ ਕਮੀ ਨਾਲ ਹੋਣ ਵਾਲਾ ਰੋਗ। ਇਹ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਜੀ, ਇਹ ਤੁਸੀਂ ਗੌਰ ਨਾਲ ਨੋਟ ਕਰ ਲਓ ਜੀ ਇਹਨੂੰ। ਵਿਟਾਮਿਨ ਬੀ। ਵਿਟਾਮਿਨ ਬੀ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ? ਬੇਰੀ ਰੋਗ ਹੁੰਦਾ ਵਿਟਾਮਿਨ ਬੀ ਦੀ ਕਮੀ ਨਾਲ। ਉਸ ਤੋਂ ਬਾਅਦ ਗੱਲ ਕਰੀਏ ਵਿਟਾਮਿਨ ਸੀ। ਵਿਟਾਮਿਨ ਸੀ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ ਜੀ? ਸਕਰਵੀ ਰੋਗ ਹੁੰਦਾ ਹੈ ਵਿਟਾਮਿਨ ਸੀ ਦੀ ਕਮੀ ਨਾਲ। ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਰੋਗ ਹੁੰਦਾ ਹੈ। ਇਸ ਦੇ ਸੋਮੇ ਪੁੱਛ ਲੈਂਦੇ ਹਨ ਜੀ, ਕਿਹੜੇ ਕਿਹੜੇ ਸਰੋਤ ਹਨ? ਕਿਹੜੇ ਕਿਹੜੇ ਸਰੋਤ ਹਨ? ਇਹ ਸਾਨੂੰ ਖੱਟੇ ਫਲ, ਆਂਵਲਾ ਅਤੇ ਹੋਰ ਕਿਹੜਾ ਹੈ ਜੀ ਵਿਟਾਮਿਨ ਸੀ ਦਾ? ਟਮਾਟਰ। ਖੱਟੇ ਫਲ, ਆਂਵਲਾ ਅਤੇ ਟਮਾਟਰ ਤੋਂ ਮਿਲਦਾ ਹੈ। ਵਿਟਾਮਿਨ ਬੀ ਕਿੱਥੋਂ ਮਿਲਦਾ ਸਾਨੂੰ? ਪੁੰਗਰੀਆਂ ਹੋਈਆਂ ਦਾਲਾਂ, ਮੀਟ, ਮੱਛੀ, ਦੁੱਧ ਤੋਂ ਮਿਲਦਾ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਵਿਟਾਮਿਨ ਡੀ ਦੀ ਗੱਲ ਕਰੀਏ, ਇਹਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ? ਰਿਕੇਟਸ ਰੋਗ ਹੁੰਦਾ ਹੈ ਵਿਟਾਮਿਨ ਡੀ ਦੀ ਕਮੀ ਨਾਲ। ਇਹ ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਹੈ? ਮੱਖਣ, ਘਿਓ ਦਾ, ਆਂਡੇ ਅਤੇ ਧੁੱਪ। ਬਹੁਤ ਵਾਰ ਪ੍ਰਸ਼ਨ ਆਇਆ ਹੈ ਕਿ ਸੂਰਜ ਦੀ ਰੋਸ਼ਨੀ ਤੋਂ ਜਾਂ ਸੂਰਜ ਤੋਂ ਸਾਨੂੰ ਕਿਹੜਾ ਵਿਟਾਮਿਨ ਪ੍ਰਾਪਤ ਹੁੰਦਾ ਹੈ? ਵਿਟਾਮਿਨ ਡੀ। ਇਹਦੀ ਕਮੀ ਨਾਲ ਕੀ ਹੋ ਜਾਂਦਾ ਜੀ? ਰਿਕੇਟਸ ਰੋਗ ਹੋ ਜਾਂਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰੀਏ ਵਿਟਾਮਿਨ ਈ ਦੀ। ਵਿਟਾਮਿਨ ਈ ਦੀ ਕਮੀ ਨਾਲ ਕੀ ਹੁੰਦਾ ਜੀ? ਚਮੜੀ ਦੀਆਂ ਬਿਮਾਰੀਆਂ ਲੱਗਦੀਆਂ ਹਨ। ਇਹਦਾ ਕੀ ਹੈ ਪ੍ਰਮੁੱਖ ਸਰੋਤ? ਕਿੱਥੋਂ ਮਿਲਦਾ ਇਹ? ਪੁੰਗਰੀਆਂ ਹੋਈਆਂ ਦਾਲਾਂ ਤੋਂ, ਠੀਕ ਹੈ ਜੀ। ਅਗਲਾ ਪੁਆਇੰਟ ਹੈ ਵਿਟਾਮਿਨ ਕੇ। ਵਿਟਾਮਿਨ ਕੇ ਇਹਦੇ ਨਾਲ ਕੀ ਹੁੰਦਾ ਜੀ? ਖੂਨ ਦਾ ਨਾ ਜੰਮਣਾ, ਖੂਨ ਦਾ ਥੱਕਾ ਨਾ ਜੰਮਣਾ। ਇਹ ਕੀ ਹੁੰਦਾ ਜੀ? ਵਿਟਾਮਿਨ ਕੇ ਹੁੰਦਾ ਜੀ। ਵਿਟਾਮਿਨ ਕੇ ਦੇ ਪ੍ਰਮੁੱਖ ਸਰੋਤ ਕਿਹੜੇ ਹਨ? ਦੁੱਧ, ਆਂਡੇ ਅਤੇ ਮੀਟ ਹਨ ਜੀ। ਦੁੱਧ, ਆਂਡੇ ਅਤੇ ਮੀਟ ਹਨ। ਉਸ ਤੋਂ ਬਾਅਦ ਗੱਲ ਕਰੀਏ ਅਸੀਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ, ਬਹੁਤ ਵਾਰ ਐਗਜ਼ਾਮ ਵਿੱਚ ਆਇਆ ਹੋਇਆ ਹੈ, ਲੋਹੇ ਦੀ ਕਮੀ। ਲੋਹੇ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਸਾਨੂੰ? ਅਨੀਮੀਆ ਨਾਂ ਦਾ ਰੋਗ ਹੋ ਜਾਂਦਾ ਹੈ ਜੀ, ਠੀਕ ਹੈ ਜੀ। ਇਹਦੇ ਪ੍ਰਮੁੱਖ ਸਰੋਤ ਕਿਹੜੇ ਹਨ?
ਗਾਜਰ, ਪਾਲਕ, ਆਂਡੇ, ਮੀਟ, ਦੁੱਧ ਲੋਹੇ ਦੇ ਪ੍ਰਮੁੱਖ ਸਰੋਤ। ਅਤੇ ਇਹਦੀ ਕਮੀ ਨਾਲ ਕੀ ਹੁੰਦਾ ਜੀ, ਅਨੀਮੀਆ ਰੋਗ ਹੋ ਜਾਂਦਾ ਹੈ ਜੀ, ਖੂਨ ਦੀ ਕਮੀ ਹੋਣਾ, ਅਨੀਮੀਆ ਰੋਗ ਹੋ ਜਾਣਾ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰੀਏ ਕੈਲਸ਼ੀਅਮ ਦੀ। ਕੈਲਸ਼ੀਅਮ ਇਸ ਦੀ ਕਮੀ ਨਾਲ ਕਿਹੜੇ ਕਿਹੜੇ ਰੋਗ ਹੋ ਜਾਂਦੇ ਹਨ ਜੀ, ਆਸਟੀਓਮਲੇਸ਼ੀਆ ਇਸ ਤਰ੍ਹਾਂ ਦਾ ਇੱਕ ਰੋਗ ਹੁੰਦਾ ਹੈ, ਬਹੁਤ ਹੀ ਭਿਆਨਕ ਰੋਗ ਹੁੰਦਾ ਹੈ, ਇਹ ਹੋ ਜਾਂਦਾ ਹੈ ਜੀ। ਕਿੱਥੋਂ ਪ੍ਰਾਪਤ ਹੁੰਦਾ ਸਾਨੂੰ ਕੈਲਸ਼ੀਅਮ, ਦੁੱਧ, ਮੱਖਣ, ਫਲ ਅਤੇ ਹਰੀਆਂ ਸਬਜ਼ੀਆਂ ਤੋਂ। ਠੀਕ ਹੈ ਜੀ, ਇਹ ਹੁੰਦਾ ਕੈਲਸ਼ੀਅਮ ਦੀ ਕਮੀ ਕਾਰਨ। ਉਸ ਤੋਂ ਬਾਅਦ ਆਇਓਡੀਨ ਦੀ ਕਮੀ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ, ਆਇਓਡੀਨ ਦੀ ਕਮੀ ਕਾਰਨ ਗਿੱਲੜ ਨਾਂ ਦਾ ਰੋਗ ਹੋ ਜਾਂਦਾ ਹੈ, ਗਲੇ ਵਿੱਚ ਸੁੱਜਣ ਆ ਜਾਣਾ, ਗਲੇ ਦਾ ਸੁੱਜ ਜਾਣਾ ਕੀ ਹੁੰਦਾ ਜੀ, ਉਹ ਗਿੱਲੜ ਰੋਗ ਹੁੰਦਾ ਹੈ। ਆਇਓਡੀਨ ਯੁਕਤ ਨਮਕ ਖਾਣਾ ਚਾਹੀਦਾ ਹੈ ਸਾਨੂੰ, ਜਾਂ ਫਿਰ ਇਹਦੇ ਲਈ ਸਮੁੰਦਰੀ ਭੋਜਨ ਦੱਸਿਆ ਜਾਂਦਾ ਹੈ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਸੋਡੀਅਮ ਦੀ। ਸੋਡੀਅਮ ਦੇ ਕਾਰਨ ਕੀ ਹੋ ਜਾਂਦਾ ਜੀ, ਨਿਰਜਲੀਕਰਨ ਹੋ ਜਾਂਦਾ ਹੈ ਅਤੇ ਖੂਨ ਦਾ ਦਬਾਓ, ਬੀਪੀ ਦੀ ਪ੍ਰੋਬਲਮ ਹੋ ਜਾਂਦੀ ਹੈ ਸਾਨੂੰ ਸੋਡੀਅਮ ਦੀ ਕਮੀ ਕਾਰਨ। ਠੀਕ ਹੈ ਜੀ, ਬੀਪੀ ਘੱਟ ਵਧਣ ਲੱਗ ਜਾਂਦਾ ਹੈ। ਇਹਦੇ ਕੀ ਹੈ ਜੀ, ਮੀਟ ਅਤੇ ਖਾਣ ਵਾਲਾ ਨਮਕ, ਮੀਟ ਅਤੇ ਖਾਣ ਵਾਲਾ ਇਹਦੇ ਕੀ ਹਨ, ਪ੍ਰਮੁੱਖ ਪੋਸ਼ਕ ਤੱਤ ਹਨ। ਠੀਕ ਹੈ ਦੋਸਤੋ। ਉਸ ਤੋਂ ਬਾਅਦ ਕਾਫੀ ਜ਼ਿਆਦਾ ਇੰਪੋਰਟੈਂਟ ਟੋਪਿਕ ਹੈ ਇਹ, ਕੀ ਇਹ ਸੰਤੁਲਿਤ ਭੋਜਨ ਦਾ ਆਪਾਂ ਕੀ ਦਿੱਤਾ ਹੈ ਜੀ, ਤੁਹਾਨੂੰ ਸੰਤੁਲਿਤ ਭੋਜਨ ਅਤੇ ਪ੍ਰਮੁੱਖ ਭੋਜਨ ਦੇ ਸੋਮਿਆਂ ਦਾ ਤੁਹਾਡੇ ਸਾਹਮਣੇ ਜ਼ਿਕਰ ਕੀਤਾ ਹੈ। ਇਹ ਟੋਪਿਕ ਵੀ ਕੀ ਹੈ, NCERT ਦੀ ਬੁੱਕਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਕੀ ਹੈ ਕਿ ਤੁਸੀਂ ਬੰਗਾਲ ਦੇ ਅਕਾਲ ਬਾਰੇ ਜਾਣਦੇ ਹੋ। ਬੰਗਾਲ ਦੇ ਵਿੱਚ 1943 ਦੇ ਵਿੱਚ ਬਹੁਤ ਹੀ ਵੱਡਾ ਅਕਾਲ ਆਇਆ ਸੀਗਾ। ਅੰਗਰੇਜ਼ਾਂ ਨੇ, ਦੇਖੋ ਇਹਦੇ ਵਿੱਚ ਦਿੱਤਾ ਹੋਇਆ ਜੀ, ਅੰਗਰੇਜ਼ਾਂ ਨੇ ਦੂਜੇ ਮਹਾਂਯੁੱਧ ਵਿੱਚ ਜਾਪਾਨ ਦੇ ਭਾਰਤ ਵਿੱਚ ਦਾਖਲ ਹੋਣ ਦੇ ਡਰੋਂ ਬੰਗਾਲ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ, ਜਿਸ ਕਾਰਨ ਕਿ ਲੋਕਾਂ ਕੋਲ ਪਿਆ ਰਾਸ਼ਨ ਹੌਲੀ ਹੌਲੀ ਖਤਮ ਹੋਣ ਲੱਗਾ। ਉਹਦੇ ਕਾਰਨ ਕੀ ਸੀਗਾ ਜੀ, ਅਨਾਜ ਦੀ ਕਮੀ ਆ ਗਈ ਅਤੇ ਬਹੁਤ ਹੀ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਜੀ। ਕਦੋਂ ਆਇਆ ਸੀ ਇਹ ਅਕਾਲ, 1943 ਵਿੱਚ। ਇਹ ਯਾਦ ਰੱਖਣਾ ਜੀ ਮਿਤੀ। ਉਸ ਤੋਂ ਬਾਅਦ ਗੱਲ ਕਰੀਏ ਆਪਾਂ, ਇੱਕ ਰਾਜ ਦੇ ਰੱਖੇ ਹਨ ਥੱਲੇ, ਅਨਾਜ ਦੇ ਪਕਵਾਨ ਦੇ ਰੱਖੇ ਹਨ, ਦਾਲ ਦੇ ਰੱਖੀ ਹੈ, ਸਬਜ਼ੀਆਂ ਜਾਂ ਹੋਰ। ਪੰਜਾਬ ਦਾ ਉੱਪਰ ਦੇ ਰੱਖਿਆ, ਉਹਦਾ ਤਾਂ ਅਸੀਂ ਸਭ ਜਾਣਦੇ ਹੀ ਹਾਂ ਪੰਜਾਬ ਦਾ ਤਾਂ। ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਲੋਕਾਂ ਦਾ ਅਨਾਜ ਕੀ ਹੈ, ਮੁੱਖ ਚਾਵਲ ਹੈ। ਉਸ ਤੋਂ ਬਾਅਦ ਗੱਲ ਕਰੀਏ ਦਾਲਾਂ, ਅਰਹਰ ਦੀ ਦਾਲ ਜਾਂ ਫਿਰ ਰਸਮ ਦੀ ਦਾਲ, ਜਿਹਨੂੰ ਚਾਰੂ ਬੋਲਦੇ ਹਨ। ਉਸ ਤੋਂ ਬਾਅਦ ਆਹ ਪੁਆਇੰਟ ਜਿਹੜਾ ਕੀ ਹੈ, ਇੰਪੋਰਟੈਂਟ ਹੈ ਪੇਪਰ ਦੀ ਦ੍ਰਿਸ਼ਟੀ ਨਾਲੋਂ। ਆਪਣੇ ਜਿਵੇਂ ਹਰੀ ਸਬਜ਼ੀਆਂ ਦੇ ਵਿੱਚ ਆਪਾਂ ਕੀ ਸਰੋਂ ਦਾ ਸਾਗ ਖਾਂਦੇ ਹਾਂ, ਇਹ ਕੁੰਦਰੂ ਖਾਂਦੇ ਹਨ ਜੀ, ਕੁੰਦਰੂ। ਇਹ ਪੁਆਇੰਟ ਯਾਦ ਰੱਖਣਾ, ਇਹ ਨੋਟ ਕਰਕੇ ਰੱਖ ਲਓ ਜੀ, ਕੁੰਦਰੂ। ਠੀਕ ਹੈ ਜੀ। ਉਹੀ ਸੇਮ ਆ ਗਿਆ ਕਿ ਦਹੀਂ, ਘਿਓ, ਇੱਥੇ ਉਹਨਾਂ ਦੇ ਇੱਕ ਚੱਲਦਾ ਜੀ ਲੱਸੀ, ਘਿਓ, ਅਚਾਰ। ਠੀਕ ਹੈ ਜੀ। ਇਹ ਮੇਨ ਪੁਆਇੰਟ ਸਨ ਭੋਜਨ ਦੀ ਦ੍ਰਿਸ਼ਟੀ ਤੋਂ। ਇਹਨਾਂ ਦੇ ਪੋਸ਼ਕ ਤੱਤਾਂ ਦੀ ਕਮੀ ਦੇ ਸਰੋਤ ਕੀ ਹਨ, ਕਮੀਆਂ ਤੋਂ ਹੋਣ ਵਾਲੇ ਰੋਗ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ। ਪੋਸ਼ਣ ਵਾਲਾ ਟੋਪਿਕ ਹਰ ਵਾਰ ਐਗਜ਼ਾਮ ਵਿੱਚ ਆਉਂਦਾ ਹੀ ਆਉਂਦਾ ਹੈ। ਠੀਕ ਹੈ ਜੀ। ਇਹ ਕੀ ਹੈ, ਤੁਸੀਂ ਯਾਦ ਰੱਖਣਾ ਜੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੋਪਿਕ ਹੈ। ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਦੇ ਨਾਲ ਰਿਲੇਟਡ ਕੀ ਲੈ ਕੇ ਆਵਾਂਗੇ, ਕੁਐਸਚਨ ਸੀਰੀਜ਼ ਲੈ ਕੇ ਆਵਾਂਗੇ, ਜਿਹਦੇ ਵਿੱਚ ਕਿ ਇਹ ਸਾਰੇ ਟੋਪਿਕ ਤੁਹਾਡੇ ਕਲੀਅਰ ਹੋ ਜਾਣਗੇ ਜੀ। ਧੰਨਵਾਦ।